ਸਿਮਰਨਜੀਤ ਸਿੰਘ ਮਾਨ ਹੋਣਾ ਦੇ ਵੱਲੋਂ ਅੱਜ ਇੱਕ ਖਾਸ ਅਨਾਉਂਸਮੈਂਟ ਕੀਤੀ ਗਈ ਹੈ ਮੈਂਬਰ ਪਾਰਲੀਮੈਂਟ ਦੇ ਲਈ। ਔਰ ਜਿਨ੍ਹਾਂ ਨੂੰ ਮੈਂਬਰ ਪਾਰਲੀਮੈਂਟ ਦੇ ਲਈ ਅਨਾਉਂਸਮੈਂਟ ਜਿਹੜੀ ਹੈਗੀ ਆ ਕੀਤੀ ਹੈਗੀ ਹੈ, ਜਿਨ੍ਹਾਂ ਦਾ ਨਾਮ ਆਇਆ ਹੈਗਾ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅਨੰਦਪੁਰ ਸਾਹਿਬ ਦੀ ਸੀਟ ਤੋਂ ਤੁਹਾਨੂੰ ਮੈਂਬਰ ਪਾਰਲੀਮੈਂਟ ਦੇ ਲਈ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਅਕਾਲੀ ਦਲ ਅੰਮ੍ਰਿਤਸਰ ਨੇ ਜਿਹੜਾ ਚੁਣਿਆ ਹੈਗਾ ਹੈ, ਕਿਵੇਂ ਲੱਗ ਰਿਹਾ? ਮੈਂ ਧੰਨਵਾਦ ਕਰਦਾ ਜੀ ਪ੍ਰਧਾਨ ਸਾਹਿਬ ਦਾ, ਸਰ ਸਿਮਰਨਜੀਤ ਸਿੰਘ ਮਾਨ ਦਾ, ਪਾਰਟੀ ਦਾ, ਸ਼੍ਰੋਮਣੀ ਅਕਾਲੀ ਦਲ ਦੀ ਅੰਮ੍ਰਿਤਸਰ ਦਾ, ਵਰਕਰਾਂ ਦਾ ਤੇ ਹਲਕੇ ਦੇ ਲੋਕਾਂ ਦਾ, ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਇਹਨਾਂ ਦੀ ਆਵਾਜ਼ ਪਾਰਲੀਮੈਂਟ 'ਚ ਲਿਜਾ ਸਕਾਂ। ਤੁਸੀਂ ਕੁਸ਼ਲਦੀਪ ਸਿੰਘ ਜੀ ਕਿੰਨੇ ਸਮੇਂ ਤੋਂ ਇਸ ਪਾਰਟੀ ਨਾਲ ਜੁੜੇ ਹੋਏ? ਮੈਂ ਜੀ ਪਾਰਟੀ ਦਾ ਜਨਰਲ ਸੈਕਟਰੀ ਹਾਂ ਐਂਡ ਮੈਂ 2016 ਵਿੱਚ ਪਾਰਟੀ ਦਾ ਜਨਰਲ ਸੈਕਟਰੀ ਮਾਰਚ 16 'ਚ ਬਣਿਆ ਸੀਗਾ ਜੀ। ਤੇ ਉਸ ਤੋਂ ਪਹਿਲਾਂ ਮੇਰੇ ਫਾਦਰ ਸਰਦਾਰ ਜਸਵੰਤ ਸਿੰਘ ਮਾਨ ਉਹ ਪਾਰਟੀ ਦੇ ਸੈਕਟਰੀ ਜਨਰਲ ਸੀਗੇ ਤੇ ਉਹ ਪਹਿਲਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸੀਗੇ, ਫਿਰ ਉਹ ਸੈਕਟਰੀ ਜਨਰਲ ਸੀਗੇ ਵਰਲਡ ਸਿੱਖ ਕਾਉਂਸਲ ਦੇ। ਸੋ ਕੌਮ ਨਾਲ ਸਾਡਾ ਜਿਹੜਾ ਸੇਵਾ ਹੈ ਉਹ ਬਹੁਤ ਪੁਰਾਣੀ ਹੈ। ਮੇਰੇ ਨਾਨਾ ਜੀ ਸੀਗੇ ਸਰਦਾਰ ਨਰੈਣ ਸਿੰਘ, ਸਰਦਾਰ ਨਰੈਣ ਸਿੰਘ MA ਕਿਹਾ ਜਾਂਦਾ ਸੀਗਾ। ਇੱਕ ਖਾਸ ਇਹ ਗੱਲ ਨਹੀਂ ਹੈਗਾ ਕਿ ਜਦੋਂ ਪਾਰਟੀ 'ਚ ਕੋਈ ਵੀ ਬੰਦਾ ਆਉਂਦਾ ਹੈ ਤਾਂ ਬੜੀ ਹੋੜ ਲੱਗੀ ਹੁੰਦੀ ਹੈ ਕਿ ਸਾਨੂੰ ਅੱਜੇ ਹੀ ਟਿਕਟ ਮਿਲ ਜਾਵੇ, ਸਾਨੂੰ ਅੱਜੇ ਹੀ ਫਲਾਣਾ ਅਹੁਦਾ ਦੇ ਦਿੱਤਾ ਜਾਵੇ, ਔਰ ਤੁਸੀਂ ਲੰਬਾ ਸਮਾਂ ਇਹਦੇ ਨਾਲ ਜੁੜੇ ਰਹੇ ਹੋ। ਨਹੀਂ, ਮੈਂ ਦੇਖੋ ਜੀ ਇਸ ਵੇਲੇ ਇਹ ਬੜਾ ਕੌਨਸ਼ੀਅਸ ਡਿਸੀਜਨ ਲਿਆ ਹੈਗਾ ਪ੍ਰਧਾਨ ਸਾਹਿਬ ਨੇ ਵੀ ਅੱਜ 2 ਸਾਲ ਪਏ ਨੇ, ਸਾਰੀ ਪਾਰਟੀ ਨੂੰ ਰੀਵਾਈਟਲਾਈਜ਼ ਕਰਨਾ ਹੈਗਾ ਇਸ ਏਰੀਏ ਦੇ ਵਿੱਚ। ਐਂਡ ਇਟ ਇਜ਼ ਨਾਟ ਓਨਲੀ ਪਾਰਲੀਮੈਂਟ, ਇਟ ਇਜ਼ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਸ ਨੇ। ਸੋ ਇੱਕ ਬੜਾ ਆਰਗੇਨਾਈਜ਼ਡ ਤਰੀਕੇ ਨਾਲ ਅਸੀਂ ਪਾਰਟੀ ਨੂੰ ਬਿਲਡ ਕਰਕੇ ਐਂਡ ਇੱਕ ਵਾਇਬਲ ਆਲਟਰਨੇਟਿਵ ਜਿਹੜਾ ਆਲਟਰਨੇਟਿਵ ਪੰਜਾਬ ਨੂੰ ਔਰ ਪੰਜਾਬੀਆਂ ਨੂੰ ਔਰ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰ ਸਕੇ ਇੰਡੀਅਨ ਪਾਰਲੀਮੈਂਟ ਦੇ ਵਿੱਚ ਐਂਡ ਥਰੂ ਦੈਟ ਦੁਨੀਆ ਤੱਕ ਐਜ਼ ਐਨ ਇਲੈਕਟਿਡ ਰਿਪਰੈਜ਼ੈਂਟੇਟਿਵ ਆਵਾਜ਼ ਲਿਜਾ ਸਕੇ। ਰਾਜ ਸਭਾ ਦੇ ਵਿੱਚ ਮੈਂਬਰ ਭੇਜੇ ਗਏ ਨੇ ਪੰਜਾਬ ਦੇ ਵੱਲੋਂ ਆਮ ਆਦਮੀ ਪਾਰਟੀ ਦੇ, ਔਰ 5 ਮੈਂਬਰਾਂ ਦੇ ਵਿੱਚੋਂ ਇੱਕ ਮੈਂਬਰ ਹਰਭਜਨ ਸਿੰਘ ਬਾਰੇ ਕਿਹਾ ਗਿਆ, ਉਹਦੇ 'ਤੇ ਕੋਈ ਵੀ ਕਿਸੇ ਨੇ ਇਲਜ਼ਾਮ ਨਹੀਂ ਲਗਾਏ। ਤਾਂ ਬਾਕੀਆਂ 4 ਦੇ ਉੱਪਰ ਪੰਜਾਬ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਨੂੰ ਰਿਪਰੈਜ਼ੈਂਟ ਕਿਵੇਂ ਕਰਨਗੇ ਜਿਹੜੇ ਲੋਕ ਪੰਜਾਬ ਦੇ ਨਾਲ ਰਾਬਤਾ ਹੀ ਨਹੀਂ ਰੱਖਦੇ ਹੈਗੇ। ਤੁਸੀਂ ਉਹਨਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਅੱਜ ਦੇ ਦਿਨਾਂ ਵਿੱਚ ਬਹੁਤ ਸਾਰੇ ਮੁੱਦੇ, ਚੰਡੀਗੜ੍ਹ ਦਾ ਮੁੱਦਾ ਹੋ ਗਿਆ, ਭਾਖੜਾ ਨੰਗਲ ਡੈਮ ਦਾ ਮੁੱਦਾ ਹੋ ਗਿਆ, ਬਿਜਲੀ ਦਾ ਮੁੱਦਾ ਹੋ ਗਿਆ, ਇਹ ਸਾਰੇ ਮੁੱਦੇ ਇੱਕਦਮ ਪੰਜਾਬ ਦੇ ਸਿਰ ਆਣ ਪਏ ਨੇ। ਤਾਂ ਉਹਦੇ 'ਤੇ ਕੀ ਭੂਮਿਕਾ ਰਾਜ ਸਭਾ ਦੇ ਮੈਂਬਰਾਂ ਦੀ ਹੋਣੀ ਚਾਹੀਦੀ ਸੀ ਤੇ ਸਾਹਮਣੇ ਕੀ ਆ ਰਿਹਾ? ਤੁਸੀਂ ਸਰ ਹਰਭਜਨ ਸਿੰਘ ਬਾਰੇ ਕਿਹਾ, ਮੇਰਾ ਉਹਨਾਂ ਨਾਲ ਇੱਕ ਗਿਲਾ ਹੈ ਵੀ ਜਦੋਂ ਕਿਸਾਨੀ ਸੰਘਰਸ਼ ਚੱਲ ਰਿਹਾ ਸੀਗਾ, ਚਾਹੇ ਕੋਈ ਐਕਟਰ ਸੀਗਾ, ਚਾਹੇ ਕੋਈ ਸਿੰਗਰ ਸੀਗਾ, ਪੰਜਾਬ ਦੇ ਹਰ ਵਰਗ ਦਾ ਲੋਕ ਨੇ ਆਪਣਾ ਹਾਂ ਦਾ ਨਾਰਾ ਮਾਰਿਆ। ਮੈਨੂੰ ਨਹੀਂ ਖਿਆਲ, ਮੈਂ ਕਿਤੇ ਭੁੱਲਦਾ ਹੋਵਾਂ ਤਾਂ ਮੈਨੂੰ ਪਤਾ ਨਹੀਂ, ਵੀ ਸਰਦਾਰ ਹਰਭਜਨ ਸਿੰਘ ਜੋ ਇੱਕ ਵਰਲਡ ਫੇਮਸ ਕ੍ਰਿਕਟਰ ਨੇ, ਉਹਨਾਂ ਨੇ ਕਿਸਾਨੀ ਸੰਘਰਸ਼ ਦੇ ਪੱਖ 'ਚ ਹਾਂ ਦਾ ਨਾਰਾ ਮਾਰਿਆ ਹੋਵੇ ਇੱਕ ਵਾਰ। ਸੋ ਜੇ ਉਦੋਂ ਜਦੋਂ ਇੰਨਾ ਰੌ ਸੀਗਾ ਕੌਮ ਦੇ ਵਿੱਚ ਔਰ ਪੰਜਾਬ ਦੇ ਵਿੱਚ ਔਰ ਬਾਕੀ ਈਵਨ ਜਿਹੜੀ ਐਗਰੀਕਲਚਰਲ ਲੋਕ ਹੈਗੇ ਨੇ ਰੈਸਟ ਆਫ ਇੰਡੀਆ ਦੇ, ਉਦੋਂ ਨਹੀਂ ਹਾਂ ਦਾ ਨਾਰਾ ਮਾਰਿਆ ਤੇ ਹੁਣ ਕੀ ਐਕਸਪੈਕਟ ਕਰਾਂਗੇ? ਜਿੱਥੋਂ ਤੱਕ ਬਾਕੀ 4 ਨੁਮਾਇੰਦੇ ਨੇ, ਪਾਠਕ ਸਾਹਿਬ ਤਾਂ ਹੈ ਹੀ ਛੱਤੀਸਗੜ੍ਹ ਤੋਂ ਨੇ। ਦੇਖੋ, ਪੰਜਾਬ ਦੇ 2-3 ਬੜੇ ਗੰਭੀਰ ਮੁੱਦੇ ਨੇ ਜਿਹੜੇ ਹਰ ਨੌਜਵਾਨ ਨੂੰ ਔਰ ਹਰ ਘਰ ਨੂੰ ਡੀਲ ਕਰਦੇ ਨੇ। ਉਹ ਹੈਗੀ ਆ ਐਜੂਕੇਸ਼ਨ ਤੇ ਇੰਪਲੋਇਮੈਂਟ। ਤਰਾਸਦੀ ਇਹ ਹੈ ਵੀ ਜਿਹੜੀ ਸਾਡੀ ਐਜੂਕੇਸ਼ਨ ਹੈਗੀ ਹੈ ਉਹਦੀ ਜਿਹੜੀ ਸਕਿੱਲ ਸੈੱਟ ਹੈਗਾ ਉਹ ਡਿਵੈਲਪ ਨਹੀਂ ਕਰ ਰਹੀ। ਐਂਡ ਜਿਹੜੀ ਪੁਰਾਣੇ ਟ੍ਰੈਡੀਸ਼ਨਲ ਇੰਸਟੀਟਿਊਸ਼ਨ ਸੀਗੇ ਗਵਰਨਮੈਂਟ ਦੇ ਜਾਂ ਚੈਰੀਟੇਬਲ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾਉਂਦੀ ਸੀ, ਉਹ ਇੱਕ ਬੈਕ ਬਰਨਰ 'ਤੇ ਚਲੇ ਗਏ ਆ ਅਤੇ ਪ੍ਰਾਈਵੇਟ ਸ਼ਾਪਸ, ਇੰਸਟੀਟਿਊਸ਼ਨਸ ਨਹੀਂ ਸ਼ਾਪਸ ਖੁੱਲ੍ਹ ਗਈਆਂ ਨੇ। ਅਤੇ ਮਿੱਤਲ ਸਾਹਿਬ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਉਹ ਸ਼ਖਸ ਨੇ ਜਿਨ੍ਹਾਂ ਨੇ ਵਨ ਆਫ ਦ ਫਸਟ ਪ੍ਰਾਈਵੇਟ ਯੂਨੀਵਰਸਿਟੀਜ਼ ਇਸ ਸਟੇਟ 'ਚ ਲਿਆਂਦੀਆਂ। ਐਂਡ ਇਹ ਨਹੀਂ ਹੈ ਵੀ ਉਹ ਕੋਈ ਬਹੁਤ ਵੱਡਾ ਜਾਂ ਤਾਂ ਪ੍ਰਾਈਵੇਟ ਯੂਨੀਵਰਸਿਟੀ, ਹਾਰਵਰਡ ਇਜ਼ ਅ ਪ੍ਰਾਈਵੇਟ ਯੂਨੀਵਰਸਿਟੀ, ਕੈਂਬਰਿਜ ਇਜ਼ ਅ ਪ੍ਰਾਈਵੇਟ ਯੂਨੀਵਰਸਿਟੀ, ਸਟੈਨਫੋਰਡ ਇਜ਼ ਅ ਪ੍ਰਾਈਵੇਟ ਯੂਨੀਵਰਸਿਟੀ, ਜਾਂ ਤਾਂ ਹੋਵੇ ਨਾ ਵੀ ਬਹੁਤ ਬਿਲਡਅਪ ਕਰ ਲਿਆ ਹੋਵੇ। ਇਟ ਆਲਸੋ ਟਰਨ ਟੂ ਬੀ ਅ ਮੀਅਰ ਸ਼ਾਪ। ਸੋ
ਉਹਨਾਂ ਨੂੰ ਆਪਾਂ ਕਿਸੇ ਇਕੋਨੋਮਿਸਟ ਨੂੰ ਭੇਜ ਦਿੰਦੇ, ਫਿਰ ਤੁਸੀਂ ਆਪਣੇ ਜਿਹੜੇ ਲੁਧਿਆਣੇ ਤੋਂ ਨੇ ਜਿਹਨਾਂ ਇੰਡਸਟਰੀਲਿਸਟ ਨੇ ਆਪਣੇ ਜਿਨ੍ਹਾਂ ਨੇ ਉਹ ਆਪਦੀ ਫੈਕਟਰੀ ਗੁਜਰਾਤ ਲੈ ਗਏ, ਉਹ ਤਾਂ ਆਪਦੇ ਅਦਾਰੇ ਆਲਰੇਡੀ ਪੰਜਾਬ 'ਚ ਲਿਜਾ ਚੁੱਕੇ ਨੇ, ਪੰਜਾਬ ਦੀ ਕੀ ਆਵਾਜ਼ ਕਰਨਗੇ। ਸੋ ਇਹ ਤਾਂ ਕੋਈ ਹੋਪ ਨਹੀਂ, ਇਹ ਤਾਂ ਆਮ ਆਦਮੀ ਪਾਰਟੀ, ਮੈਨੂੰ ਨਹੀਂ, ਇਹ ਤਾਂ ਖਾਸਾਂ ਨੂੰ ਇਹਨਾਂ ਨੇ ਟਿਕਟਾਂ ਦੇ ਕੇ ਲੈ ਗਏ ਨੇ ਜੀ ਰਾਜ ਸਭਾ 'ਚ, ਐਂਡ ਫॉर ਵੈਸਟਡ ਇੰਟਰਸਟ ਆਈ ਡੋਂਟ ਨੋ। ਹਾਂਜੀ, ਖਾਸ ਸਵਾਲ ਹੈਗਾ ਰਾਜ ਸਭਾ ਦੇ ਵਿੱਚ ਭੂਮਿਕਾ ਜਿਹੜੀ ਹੁੰਦੀ ਹੈ ਰਾਜ ਸਭਾ ਮੈਂਬਰ ਦੀ ਆਪਣੇ ਖਿੱਤੇ ਦੇ ਲਈ, ਜੇ ਅਸੀਂ ਪੰਜਾਬ ਇਕੱਲੇ ਦੀ ਫਿਲਹਾਲ ਗੱਲ ਕਰਦੇ ਹਾਂ ਤਾਂ ਉਹ ਭੂਮਿਕਾ ਕੀ ਹੁੰਦੀ ਹੈ, ਰਾਜ ਸਭਾ ਦੇ ਵਿੱਚ ਕਿਸ ਤਰ੍ਹਾਂ ਮੁੱਦੇ ਚੁੱਕੇ ਜਾਂਦੇ ਨੇ? ਦੇਖੋ ਜਿਹੜੀ ਰਾਜ ਸਭਾ ਹੈ ਨਾ, ਇਹਦਾ ਜਿਹੜਾ ਓਰੀਜਨਲ ਨਾਮ ਹੈ ਉਹ ਹੈਗਾ ਕਾਉਂਸਲ ਆਫ ਸਟੇਟਸ। ਕਾਉਂਸਲ ਆਫ ਸਟੇਟਸ ਇਹ ਕਾਪੀ ਹੈਗੀ ਹੈ ਹਾਊਸ ਆਫ ਲਾਰਡਸ ਦੀ ਐਂਡ US ਸੈਨੇਟ ਦੀ। ਹੁਣ US ਸੈਨੇਟ 'ਚ ਹਰ 50 ਸਟੇਟਾਂ ਦਾ ਹਰ ਸਟੇਟ ਦੇ 2 ਨੁਮਾਇੰਦੇ ਨੇ। ਸੋ ਬੇਸਿਕਲੀ ਜਿਹੜੀ ਦ ਸਪਿਰਿਟ ਬਿਹਾਈਂਡ ਦ ਕਨਸਟੀਟਿਊਸ਼ਨ ਆਫ ਬੀਇੰਗ ਦਿਸ ਹਾਊਸ ਵਾਜ਼ ਦੈਟ ਜਿਹੜੀ ਸਟੇਟਾਂ ਨੇ ਉਹਨਾਂ ਦੀ ਆਵਾਜ਼ ਆ ਸਕੇ, ਉਹਨਾਂ ਨੂੰ ਉਹਨਾਂ ਦੇ ਜਿਹੜੇ ਰਾਈਟਸ ਨੇ ਉਹ ਪ੍ਰੋਟੈਕਟ ਹੋ ਸਕਣ। ਰਾਜ ਸਭਾ ਕੋਲੇ ਮਨੀ ਬਿੱਲ ਦੀਆਂ ਪਾਵਰਸ ਨਹੀਂ ਹੁੰਦੀਆਂ, ਬਟ ਇਟਸ ਮੋਰ ਆਫ ਅ ਗਾਈਡਿੰਗ ਸਪਿਰਿਟ। ਤੇ ਸੋ ਇਹਨਾਂ ਦਾ ਚਾਹੇ ਹਾਊਸ ਆਫ ਲਾਰਡਸ ਹੈਗਾ, ਚਾਹੇ ਜਸਟ ਵਨ ਮਿੰਟ, ਜੇ ਹਾਊਸ ਆਫ ਲਾਰਡਸ ਹੈ, ਚਾਹੇ US ਸੈਨੇਟ ਹੈ, ਚਾਹੇ ਇੰਡੀਆ ਦੀ ਕਾਉਂਸਲ ਆਫ ਸਟੇਟਸ ਹੈ, ਇਹਨਾਂ ਦਾ ਜਿਹੜਾ ਬੇਸਿਕ ਪਰਪਸ ਸੀਗਾ, ਸਪਿਰਿਟ ਬਿਹਾਈਂਡ ਦ ਫਾਰਮੇਸ਼ਨ ਆਫ ਦਿਸ ਹਾਊਸ ਸੀਗੀ, ਉਹ ਇਹੀ ਸੀਗੀ ਵੀ ਜਿਹੜੀ ਸਟੇਟਾਂ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਹੋਣ, ਉਹ ਸਟੇਟਾਂ ਦੇ ਰਾਈਟਸ ਪ੍ਰੋਟੈਕਟ ਹੋ ਸਕਣ। ਸੋ ਇਹ ਜਿਹੜੀ ਇਹਨਾਂ ਦੀ ਇਲੈਕਸ਼ਨ ਹੈ ਆਫ ਥੀਸ ਪੀਪਲ, ਦੈਟਸ ਅਗੇਂਸਟ ਦ ਸਪਿਰਿਟ ਆਫ ਦ ਕਨਸਟੀਟਿਊਸ਼ਨ ਇਟਸੈਲਫ। ਭਗਵੰਤ ਮਾਨ ਹੋਣਾ ਨੇ ਬੀਤੇ ਦਿਨੀ ਇੱਕ ਐਲਾਨ ਕੀਤਾ ਹੈਗਾ ਆ ਸਕੂਲਾਂ ਨੂੰ ਲੈ ਕੇ, ਸਕੂਲਾਂ ਦੀ ਫੀਸ ਨੂੰ ਲੈ ਕੇ ਕਿ ਵਧਾ ਨਹੀਂ ਸਕਣਗੇ, ਔਰ ਕਿਤਾਬਾਂ ਜਿਹੜੀਆਂ ਜਾਂ ਕਾਪੀਜ਼ ਵਗੈਰਾ ਸਟੇਸ਼ਨਰੀ ਦਾ ਜੋ ਵੀ ਸਮਾਨ ਹੋਊਗਾ ਉਹ ਇੱਕ ਸਿੰਗਲ ਜਿਹੜੀ ਦੁਕਾਨ ਹੈ ਜਿਹੜੀ ਰਿਕਮੈਂਡ ਕੀਤੀ ਜਾਂਦੀ ਹੈ ਕਿ ਸਕੂਲ ਦੇ ਦੁਆਰਾ, ਉਹਦੇ ਤੋਂ ਨਹੀਂ, ਤੁਸੀਂ ਕਿਤੇੋਂ ਵੀ ਲੈ ਸਕਦੇ ਹੋ। ਹੁਣ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਇਸ ਐਲਾਨ ਦੇ ਨਾਲ ਜਿਹੜੀ ਠੱਲ ਪੈ ਜਾਏਗੀ? ਹਾਲਾਂਕਿ ਜਿਹੜੀਆਂ ਫੀਸ ਆ ਉਹਨਾਂ ਪਹਿਲਾਂ ਹੀ ਇੰਨੀਆਂ ਜ਼ਿਆਦੀਆਂ ਹਾਈ ਹੋ ਚੁੱਕੀਆਂ ਨੇ। ਇੱਕ KG ਸਕੂਲ KG ਦਾ ਜਿਹੜਾ ਬੱਚਾ ਹੈਗਾ ਆ ਜਾਂ ਫਸਟ ਕਲਾਸ ਦਾ ਬੱਚਾ ਹੈਗਾ, ਉਹਦੀ ਫੀਸ 1 ਲੱਖ ਜਾਂ ਉਸ ਤੋਂ ਉੱਪਰ ਵੀ ਹੈਗੀਆਂ ਨੇ। ਉਹ ਪ੍ਰਾਈਸਿਸ ਡਾਊਨ ਕਰਨ ਦੀ ਗੱਲ ਅਜੇ ਤੱਕ ਨਹੀਂ ਆਈ, ਤਾਂ ਤੁਸੀਂ ਇਸ ਸਟੇਟਮੈਂਟ ਨੂੰ ਕਿੱਦਾਂ ਦੇਖਦੇ? ਦੇਖੋ, ਇੱਕ ਅੰਗਰੇਜ਼ੀ ਦਾ ਅੱਖਰ ਹੈਗਾ ਵਿੰਡੋ ਡਰੈਸਿੰਗ। ਸਰਦਾਰ ਭਗਵੰਤ ਸਿੰਘ ਮਾਨ ਸਾਰੇ ਇਸ਼ੂਜ਼ ਦੀ ਵਿੰਡੋ ਡਰੈਸਿੰਗ ਕਰ ਰਹੇ ਨੇ। what ਪੰਜਾਬ ਰਿਕੁਆਇਰਸ ਇਜ਼ ਜਿਹੜਾ ਪਬਲਿਕ ਸਕੂਲ ਸਿਸਟਮ ਹੈ, ਜਿਨ੍ਹਾਂ ਨੂੰ ਤੁਸੀਂ ਇੱਥੇ ਆਪਾਂ ਗਵਰਨਮੈਂਟ ਸਕੂਲਸ ਕਹਿੰਦੇ ਆ, ਉਹਨਾਂ ਦੀ ਅਪਗ੍ਰੇਡੇਸ਼ਨ। ਦੂਸਰਾ ਸਾਨੂੰ ਚਾਹੀਦਾ ਹੈਗਾ ਵੀ ਜਿਹੜੀ ਸਾਡੀ ਐਜੂਕੇਸ਼ਨ ਹੈਗੀ ਹੈ ਉਹਦੇ ਵਿੱਚ ਸਕਿੱਲ ਸੈਟ ਡਿਵੈਲਪ ਹੋਣ। ਅੱਜ ਬੱਚੇ ਨੇ BA ਛੱਡੋ, ਇੰਜੀਨੀਅਰਿੰਗ ਕਰਕੇ ਵੀ ਆ ਜਾਂਦਾ ਹੈਗਾ। ਮੈਂ ਕਪਲ ਆਫ ਬੱਚਿਆਂ ਨੂੰ ਇੰਟਰਵਿਊ ਕਰਦਾ, ਜਦੋਂ ਤਾਂ ਵੀ ਉਹਨਾਂ ਦੇ ਸਕਿੱਲ ਸੈਟ, ਇੱਕ ਇੰਜੀਨੀਅਰ ਨੂੰ ਇੰਜੀਨੀਅਰਿੰਗ ਦੀ ਵੀ ਨਹੀਂ ਆਉਂਦੀ। ਸੋ ਦੈਟ ਇਜ਼ ਦ ਪ੍ਰੋਬਲਮ। ਇਹ ਤਾਂ ਵਿੰਡੋ ਡਰੈਸਿੰਗ ਹੈ, ਚਲੋ ਫੀਸ ਕੱਟਦਾ, ਥੀਸ ਆਰ ਕਾਲਡ ਮਾਈਨਰ ਕਰੈਕਸ਼ਨਸ। ਸੋ ਇਹ ਮਾਈਨਰ ਕਰੈਕਸ਼ਨਸ ਨੇ ਹੋ ਜਾਣ ਬਹੁਤ ਅੱਛੀ ਗੱਲ ਹੈ, ਬਟ ਬਹੁਤ ਜ਼ਿਆਦਾ ਕੁਝ ਹੋਣ ਵਾਲਾ ਹੈਗਾ ਇਹਦੇ ਨਾਲ। ਮਤਲਬ ਕਹਿੰਦੇ ਨਾ ਵੀ ਮੋੜਾ ਨਹੀਂ ਪੈਣਾ ਹੈਗਾ। ਮਤਲਬ ਤੁਸੀਂ ਦੇਖੋ, ਜਿਹੜੇ ਈਵਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈਗਾ, ਉਹਦੀ ਸਾਰੀ ਥੋਰੋ ਤੁਹਾਡੇ ਸਿਲੇਬਸ ਹੋਣਾ ਚਾਹੀਦਾ। ਗਵਰਨਮੈਂਟ ਆਫ ਇੰਡੀਆ ਨੇ ਇੱਕ ਇੰਡੀਅਨ ਐਜੂਕੇਸ਼ਨ ਪਾਲਿਸੀ ਬਣਾ ਕੇ, ਉਹਦੇ ਵਿੱਚ ਇੱਕ NCERT ਬਣਾ ਕੇ, ਉਹਦੇ ਵਿੱਚ ਜੋ ਉਹਨਾਂ ਦਾ ਨੈਰੇਟਿਵ ਹੈਗਾ ਉਹ ਪੜ੍ਹਾਇਆ ਜਾਂਦਾ ਸਕੂਲਾਂ 'ਚ। ਜੋ ਪੰਜਾਬ ਦਾ ਨੈਰੇਟਿਵ ਹੈ ਉਹ ਤਾਂ ਕਿਤੇ ਰਿਪਰੈਜ਼ੈਂਟ ਹੀ ਨਹੀਂ ਹੁੰਦਾ। ਮਹਾਰਾਜਾ ਰਣਜੀਤ ਸਿੰਘ ਲਈ ਕੋਈ ਥਾਂ ਨਹੀਂ ਹੈ ਇੱਥੇ। ਤੁਹਾਨੂੰ ਸਿੰਘ ਨਲੂਆ ਦੀ ਥਾਂ ਨਹੀਂ ਆ, ਸਰਦਾਰ ਚੜ੍ਹ ਸਿੰਘ ਦੀ ਥਾਂ ਨਹੀਂ ਹੈਗੀ, ਜੱਸਾ ਸਿੰਘ ਆਹਲੂਵਾਲੀਆ ਦੀ ਥਾਂ ਨਹੀਂ, ਬਾਬਾ ਬਗੇਲ ਸਿੰਘ। ਅਸੀਂ ਵੀ ਗੱਲ ਕਰਾਂਗੇ ਤਾਂ ਕੌਣ ਕਰੇਗਾ? ਈਵਨ ਜਿਹੜਾ ਮੈਥਮੈਟਿਕਸ ਹੈ, ਸਾਇੰਸ ਹੈ, ਤੁਸੀਂ ਇੰਟਰਨੈਸ਼ਨਲ ਬੈਕਲੋਰੀਏਟ ਨੂੰ ਫੋਲੋ ਕਰੋ, ਤੁਸੀਂ ਕੈਂਬਰਿਜ ਯੂਨੀਵਰਸਿਟੀ ਨੂੰ ਫੋਲੋ ਕਰੋ, ਤੁਸੀਂ ਅਮਰੀਕਨ ਸਕੂਲ ਸਿਸਟਮਸ ਨੂੰ ਫੋਲੋ ਕਰੋ। NCERT CBSE ਇਜ਼ ਨਾਟ ਅ ਬੈਂਚਮਾਰਕ। ਜੇ ਇੰਨਾ ਹੀ ਬੈਂਚਮਾਰਕ ਹੁੰਦਾ ਤਾਂ ਰੈਸਟ ਆਫ ਇੰਡੀਆ ਨੇ ਐਜੂਕੇਸ਼ਨ ਡਿਵੈਲਪ ਹੋ ਜਾਣੀ ਸੀ। ਸੋ ਸਾਡੇ ਬੈਂਚਮਾਰਕਸ ਹੀ ਗਲਤ ਹੈ। ਤੁਹਾਨੂੰ ਪੜ੍ਹਾਇਆ ਜਾਂਦਾ ਹਿਸਟਰੀ ਦੇ ਵਿੱਚ 1857 ਦਾ ਰਿਵੋਲਟ, ਥਾਂ ਤੁਹਾਡੇ ਲక్ష్ਮੀ ਬਾਈ ਦੇ ਬਾਰੇ ਪੜ੍ਹਾਇਆ ਜਾਂਦਾ ਹੈ, ਬਟ ਬੜੇ ਅਫਸੋਸ ਦੀ ਗੱਲ ਹੈ ਜਿਹੜਾ ਫਸਟ ਈਵਨ ਇਨ ਦੈਟ ਟਾਈਮ ਭਾਈ ਮਹਾਰਾਜ ਸਿੰਘ ਸੀ। ਭਾਈ ਮਹਾਰਾਜ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਇੱਥੇ ਆਜ਼ਾਦੀ ਦੀ ਲੜਾਈ ਸ਼ੁਰੂ ਕੀਤੀ ਪੰਜਾਬ ਦੀ ਧਰਤੀ 'ਤੇ। ਅਲਟੀਮੇਟਲੀ ਉਹਨਾਂ ਨੂੰ ਪ੍ਰੇਮਾ ਕੌਨਸਪੀਰੇਸੀ ਕੇਸ ਦੇ ਵਿੱਚ ਜਲਾਵਤਨ ਕਰਕੇ ਸਿੰਗਾਪੁਰ ਭੇਜ ਦਿੱਤਾ ਜਾਂਦਾ। ਮੇਰੇ ਖਿਆਲ
ਪਹਿਲਾਂ ਹੀ ਡੈਥ ਹੋਈ। ਭਾਈ ਮਹਾਰਾਜ ਸਿੰਘ ਬਾਰੇ ਪੰਜਾਬ ਦੇ ਕਿਸੇ ਬੱਚੇ ਨੂੰ ਨਹੀਂ ਪਤਾ। ਅਸੀਂ ਵੀ ਨਹੀਂ ਜਾਣਦੇ। ਹਾਂਜੀ, ਭਾਈ ਮਹਾਰਾਜ ਸਿੰਘ 1857 ਤੋਂ ਪੜ੍ਹਦੇ ਹਾਂ ਜੀ, ਆਜ਼ਾਦੀ ਦੀ ਪਹਿਲੀ। ਮੈਂ ਤਾਂ 1800 ਅੱਜ 173 ਸਾਲ ਹੋ ਗਏ ਪੰਜਾਬ ਨੂੰ ਗੁਲਾਮ ਹੋਇਆ। ਸਾਡਾ ਪਰਚਮ ਉਤਰਿਆ ਯੂਨੀਅਨ ਜੈਕ 29 ਮਾਰਚ 1849 ਤੇ ਭਾਈ ਮਹਾਰਾਜ ਸਿੰਘ ਤਾਂ 1849 ਤੋਂ ਸ਼ੁਰੂ ਹੋ ਗਏ ਸੀ। ਨੋਬਡੀ ਨੋਜ਼ ਅਬਾਊਟ ਹਿਮ। ਇਹ ਪੰਜਾਬ ਗਵਰਨਮੈਂਟ ਦੀ ਜੇ ਤੁਸੀਂ ਆਪਦੇ ਸ਼ਹੀਦਾਂ ਨੂੰ ਆਪਦੇ ਸੈਨਾਨੀਆਂ ਨੂੰ ਯਾਦ ਹੀ ਨਹੀਂ ਹੁਣ ਕਰਦੇ। ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਬਹੁਮਤ ਉਹਨਾਂ ਦੇ ਕੋਲ ਹੈ। ਪੰਜਾਬ ਸਕੂਲ ਐਜੂਕੇਸ਼ਨ ਦੇ ਬੋਰਡ ਦੇ ਅੱਗੇ ਧਰਨਾ ਲਾ ਕੇ ਬਲਦੇਵ ਸਿੰਘ ਸਿਰਸਾ ਤੋਂ ਉਹਦੇ ਨਾਲ ਕੁਝ ਜਥੇਬੰਦੀਆਂ, ਕਿਸਾਨੀ ਜਥੇਬੰਦੀਆਂ ਬੈਠੀਆਂ ਹੋਈਆਂ ਨੇ। ਅੱਜ ਤੱਕ ਜਿਹੜਾ ਸੀਗਾ ਉਹ ਸਿਲੇਬਸ ਸੀਗਾ ਉਹਦੇ ਲਈ ਕੋਈ ਅਨਾਉਂਸਮੈਂਟ ਹੀ ਨਹੀਂ ਆਈ। ਜੇ ਬੀਤੇ ਦਿਨ ਅਨਾਉਂਸਮੈਂਟ ਆਉਂਦੀ ਹੈ ਤਾਂ ਉਹ ਫੀਸ ਨੂੰ ਲੈ ਕੇ ਆਉਂਦੀ ਹੈ, ਸਿਲੇਬਸ ਨੂੰ ਲੈ ਕੇ ਤਾਂ ਕੋਈ ਮੈਂ ਆਹੀ ਕਹਿਣਾ ਨਾ ਜੀ, ਇਹੀ ਤਾਂ ਮੈਂ ਕਹਿਣਾ। ਉਹ what he is doing is window dressing। ਤਾਂ ਹੀ ਤਾਂ ਮੈਂ window dressing ਅੱਖਰ ਯੂਜ਼ ਕੀਤਾ ਹੈਗਾ। ਗੱਲ ਇਹ ਵੀ whole narrative has to be changed, whole thought process has to be changed। even in science and mathematics ਜਿਹੜੀ education imparting techniques ਹੈਗੀਆਂ ਨੇ, they have to be changed, they are not sync with the time। ਤੇ ਉਹਦੇ ਬਾਰੇ ਕੋਈ ਗੱਲ ਨਹੀਂ, ਚੀਜ਼ਾਂ ਉੱਥੇ ਚਾਹੀਦੀਆਂ ਨੇ। ਅੱਜ ਇੱਥੋਂ ਇੱਕ ਇੰਜੀਨੀਅਰਿੰਗ ਕਰਕੇ ਬੱਚਾ ਜਾਂਦਾ ਹੈਗਾ, ਜਦੋਂ ਕੈਨੇਡਾ ਚਲੇ ਜਾਏ, ਅਮਰੀਕਾ ਚਲੇ ਜਾਏ, ਉੱਥੇ ਜਾਂ ਮੈਕਡੋਨਲਡਸ 'ਚ 버ਗਰ ਤਲਦਾ ਜਾਂ ਝਾੜੂ ਮਾਰਦਾ, ਪੋਚੇ ਮਾਰਦਾ, ਫਿਜ਼ੀਕਲ ਲੇਬਰ ਕਰਦਾ ਹੈਗਾ। ਬਟ ਉਹੀ ਬੱਚਾ ਜਦੋਂ ਉੱਥੇ ਇੱਕ ਡਿਗਰੀ ਅਕਵਾਇਰ ਕਰ ਲੈਂਦਾ ਹੈਗਾ ਤੇ ਹੀ ਡਜ਼ ਵੰਡਰਸ। ਇਟ ਮੀਨਸ ਸਾਡਾ ਜਿਹੜਾ ਹਿਊਮਨ ਰਿਸੋਰਸ ਹੈ ਬੇਸਿਕ, ਉਹਦੇ 'ਚ ਪ੍ਰੋਬਲਮ ਨਹੀਂ ਹੈਗੀ। ਸਾਡੀ ਪ੍ਰੋਬਲਮ ਹੈਗੀ ਟ੍ਰੇਨਿੰਗ 'ਚ। ਦੈਟ ਇਫ ਯੂ ਆਰ ਇੰਪਾਰਟਿੰਗ ਅ ਟ੍ਰੇਨਿੰਗ, ਐਜੂਕੇਸ਼ਨ ਵੀ ਟ੍ਰੇਨਿੰਗ ਹੈ ਨਾ, ਉਹ ਟ੍ਰੇਨਿੰਗ ਡਿਫੈਕਟਿਵ ਹੈਗੀ। ਸੋ ਮਤਲਬ ਇਹ ਤਾਂ ਬੜੀ ਛੋਟੀ ਜਿਹੀ ਗੱਲ ਹੈ ਜਿਹੜੀ ਸਕੂਲਾਂ ਦੀ ਫੀਸ ਨਹੀਂ ਵਧਾਈ। ਤੁਸੀਂ ਫ੍ਰੀ ਕਰੋ ਨਾ, ਤੁਸੀਂ ਪਬਲਿਕ ਸਕੂਲ ਸਿਸਟਮ ਨੂੰ ਲਿਆਓ ਐਟ ਪਾਰ ਵਿਦ ਦ ਪ੍ਰਾਈਵੇਟ ਸਕੂਲ ਸਿਸਟਮ। ਤੁਸੀਂ ਆਪਣੇ ਸਿਲੇਬਸਿਸ ਚੇਂਜ ਕਰੋ, ਉਹਦੇ ਬਾਰੇ ਗੱਲ ਨਹੀਂ। ਇਹਦੇ ਨਾਲ ਪੰਜਾਬ ਦੇ ਵਿੱਚ ਬਿਜਲੀ ਦਾ ਜਿਹੜਾ ਸੰਕਟ ਆ ਉਹ ਮੰਡਰਾ ਰਿਹਾ ਹੈਗਾ। ਇੱਕ ਪਾਸੇ ਸੈਂਟਰ ਕਹਿੰਦੀ ਹੈ ਕਿ ਤੁਸੀਂ ਚਿਪ ਵਾਲੇ ਮੀਟਰਸ ਜਾਂ ਸਮਾਰਟ ਮੀਟਰਸ ਜਿਹੜੇ ਆ ਉਹ ਇੰਸਟਾਲ ਕਰੋ, ਔਰ ਦੂਜੇ ਪਾਸੇ ਜਿਹੜਾ ਹੈਗਾ ਆ ਕੋਲਾ ਪੰਜਾਬ ਕੋਲੇ ਹੈ ਨਹੀਂ ਆ। ਸੈਂਟਰ ਕਹਿੰਦੀ ਹੈ ਕਿ ਤੁਸੀਂ ਕੋਲਾ ਜਿਹੜਾ ਆ ਤੁਸੀਂ ਬਾਹਰ ਤੋਂ ਵਿਦੇਸ਼ ਤੋਂ ਖਰੀਦ ਲਿਓ। ਬਿਜਲੀ ਜਿਹੜੀ ਸੀਗੀ, ਜਿਹੜਾ ਪੂਲ ਹੁੰਦਾ ਆ ਉਹਦੇ ਵਿੱਚੋਂ ਉਹ ਪੰਜਾਬ ਨੂੰ ਮੁਨਕਰ ਕਰ ਦਿੱਤਾ ਗਿਆ, ਹਰਿਆਣਾ ਨੂੰ ਦੇ ਦਿੱਤੀ ਗਈ। ਸੈਂਟਰ ਸਰਕਾਰ ਦੀ ਇਸ ਨੀਤੀ ਨੂੰ ਕਿੱਦਾਂ ਦੀ? ਗੁਰਬਤ ਨਾ, ਗਰੀਬੀ, ਇਹ ਸਭ ਤੋਂ ਵੱਡਾ ਕਹਿਰ ਹੈ। ਪੰਜਾਬ ਗੁਰਬਤ 'ਚ ਹੈ, ਪੰਜਾਬ ਗਰੀਬੀ 'ਚ ਹੈ, ਤਾਂ ਹੀ ਸੈਂਟਰ ਦੇ ਅੱਗੇ ਭੀਖ ਮੰਗਣੀ ਪੈਂਦੀ ਹੈ। ਸਾਨੂੰ ਇਹ ਕਿਹਾ ਜਾਂਦਾ ਹੈ, ਕਿਹਾ ਗਿਆ ਹੈ ਵੀ ਕੋਲਾ ਇੰਪੋਰਟ ਕਰ ਲਓ। ਉਹਨਾਂ ਨੂੰ ਪਤਾ ਹੈ ਸਾਡੀ ਵੀਕਨੈਸ ਕੀ ਹੈ। ਅਸੀਂ ਰਿਸੋਰਸਲੈਸ, ਸਾਡੇ ਕੋਲੇ ਸਿਵਾਏ ਪਾਣੀ ਤੋਂ ਨੈਚੁਰਲ ਰਿਸੋਰਸ ਹੈ ਨਹੀਂ। ਅਸੀਂ ਰਿਸੋਰਸਲੈਸ ਲੈਂਡ ਆ ਐਜ਼ ਫਾਰ ਐਜ਼ ਆਇਰਨ ਓਰ ਐਂਡ ਮਿਨਰਲਸ ਆਰ ਕੰਸਰਨਡ। ਕੋਲ ਵੀ ਮਿਨਰਲ ਹੋਇਆ ਨਾ ਜੀ। ਤੇ ਜੇ ਸਾਨੂੰ ਕੋਲੇ ਲਈ ਰਾਹ ਵਿਖਾਇਆ ਜਾਂਦਾ ਵੀ ਬਾਹਰੋਂ ਖਰੀਦ ਲਓ, ਤੇ ਸਾਨੂੰ ਕਣਕ ਵੇਚਣ ਦਾ ਵੀ ਰਾਹ ਵਿਖਾ ਦਿਓ ਨਾ। ਉਹ ਸਾਨੂੰ ਅਲਾਉਡ ਨਹੀਂ ਹੈਗਾ। ਅੱਜ ਰਸ਼ੀਅਨ ਔਰ ਯੂਕਰੇਨੀਅਨ ਵਾਰ 'ਚ ਯੂਰਪ ਐਂਡ ਇੰਗਲੈਂਡ ਦੇ ਵਿੱਚ ਮੋਸਟਲੀ ਰਸ਼ੀਅਨ ਵੀਟ ਜਾਂਦੀ ਹੈਗੀ ਹੈ। ਉਹ ਕਾਸਟ ਬਹੁਤ ਵੱਧ ਰਹੀ ਹੈ। ਇੱਕ ਓਪਰਚੁਨਿਟੀ ਅੱਜ ਪੰਜਾਬ ਕੋਲੇ ਵੀ ਅਸੀਂ ਵੀਟ ਐਕਸਪੋਰਟ ਕਰ ਸਕੀਏ, ਤਾਂ ਕਿ ਅਸੀਂ ਉਹਨੂੰ ਇਨਕੈਸ਼ ਕਰ ਸਕੀਏ ਓਪਰਚੁਨਿਟੀ। ਬਟ ਗਵਰਨਮੈਂਟ ਆਫ ਇੰਡੀਆ ਦੇ ਰੂਲਸ ਇਹ ਨੇ, ਅਸੀਂ ਫੂਡ ਗ੍ਰੇਨ ਐਕਸਪੋਰਟ ਨਹੀਂ ਕਰ ਸਕਦੇ। ਪਾਕਿਸਤਾਨ ਨੂੰ ਨਹੀਂ ਕਰ ਸਕਦੇ, ਕਿਸੇ ਨੂੰ ਨਹੀਂ ਕਰ ਸਕਦੇ। ਤੁਸੀਂ ਯੂਨੀਅਨ ਆਫ ਇੰਡੀਆ ਨੂੰ ਦੇ ਸਕਦੇ ਹੋ। ਐਂਡ ਯੂਨੀਅਨ ਆਫ ਇੰਡੀਆ ਜਿਹੜੀ ਹੈਗੀ ਹੈ, ਕਾਨੂੰਨ ਬਣਾਇਆ ਗਿਆ ਸੀਗਾ ਤੁਸੀਂ ਕਿਤੇ ਵੀ ਵੇਚ ਸਕਦੇ ਹੋ ਕਣਕ ਨੂੰ, ਜਾਂ ਇੰਪੋਰਟ ਨਹੀਂ ਇੰਪੋਰਟ ਇਜ਼ ਰੈਗੂਲੇਟਡ। ਹਾਂ, ਪਰ ਇੱਥੇ ਇੰਡੀਆ ਦੇ ਵਿੱਚ ਤੁਸੀਂ ਵੀ ਕਿਤੇ ਵੇਚ ਸਕਦੇ ਹੋ। ਇੰਨੀਆਂ ਸਰਵਿਸਿਜ਼ ਕਹਿੰਦੇ ਸੀ ਅਸੀਂ ਤੁਹਾਨੂੰ ਦੇ ਦੇਣੀਆਂ, ਤਾਂ ਉਹਦੇ ਮਾਇਨੇ ਕੀ ਸੀਗੇ? ਤਾਂ ਬਾਹਰ ਉਹ ਤਾਂ ਇੱਕ ਜਿਹੜੇ ਲਾਅ ਸੀਗੇ ਮੈਲਾਫਾਈਡ ਇੰਟੈਂਟ ਨਾਲ ਬਣੇ ਹੋਏ ਸੀਗੇ, ਐਂਡ ਦੈਟ ਇੰਟੈਂਟ ਵਾਸ ਮੈਲਾਫਾਈਡ। ਜੇ ਪਿੱਛੇ ਸਪਿਰਿਟ ਹੀ ਕਨਸੀਵਡ ਇਨ ਸਿਨ ਹੋਵੇ, ਫਿਰ ਉਹ ਤਾਂ ਕਿੱਧਰ ਜਾਏਗੀ ਗੱਲ। ਗੱਲ ਇਹ ਹੈ ਵੀ ਈਵਨ ਜਿਹੜਾ ਹੁਣ ਤੁਸੀਂ ਕਿਸਾਨੀ ਵਾਲੀ ਗੱਲ ਕੀਤੀ ਹੈ, ਜਿਹੜਾ ਮਾਡਲ ਇਸ ਵੇਲੇ ਹੈਗਾ, ਉਹ ਇਹ ਗ੍ਰੀਨ ਰੈਵੋਲਿਊਸ਼ਨ, ਉਹਨੇ ਇੰਡੀਆ ਦਾ ਢਿੱਡ ਭਰਨਾ ਸੀਗਾ ਜਦੋਂ 60s ਦੇ ਆਈ। ਦੈਟ ਇਜ਼ ਨਾਟ ਰਿਮਨਰੇਟਿਵ ਇਨਫ। ਦੈਟ ਉਹਨੇ ਹੀ ਪੰਜਾਬ ਦੇ ਜ਼ਿਮੀਂਦਾਰ ਨੂੰ ਗੁਰਬਤ 'ਚ ਧੱਕਿਆ। ਸਾਰੇ ਹਿੰਦੁਸਤਾਨ ਦੇ ਜਿਹੜਾ 150 ਕਰੋੜ ਮਾਨਸ ਹੈ, ਉਹਦੇ ਮੂੰਹ 'ਚ ਅੰਨ ਪਾਇਆ, ਤੇ ਆਪ ਅਸੀਂ 50 ਸਾਲ 'ਚ ਗੁਰਬਤ 'ਚ ਆ ਗਏ ਹਾਂ। ਇਹਦਾ ਮਤਲਬ ਜਿਹੜਾ ਤੁਹਾਡਾ ਜਿਹੜਾ ਮਾਡਲ ਆਫ ਐਗਰੀਕਲਚਰ ਹੈਗਾ ਉਹ ਡਿਫੈਕਟਿਵ ਹੈਗਾ।
ਦੈਟਸ ਨਾਟ ਰਿਮਨਰੇਟਿਵ ਇਨਫ। ਔਰ ਉਹਦਾ ਰੀਜ਼ਨ ਵੀ ਮੈਂ ਤੁਹਾਨੂੰ ਦੱਸਦਾ, ਜਿਹੜਾ ਜਿੰਨੀ ਕੁ ਮੇਰੀ ਸਮਝ ਹੈ ਉਹਦਾ ਰੀਜ਼ਨ ਇਹ ਹੈਗਾ ਕਿ ਜਿਹੜਾ ਸਾਡਾ ਕਿਸਾਨ ਹੈ, ਜਿਹੜਾ ਬਿਜ਼ਨਸ ਹੈ, ਬਿਜ਼ਨਸ ਹਮੇਸ਼ਾ ਕੋਈ ਬਿਜ਼ਨਸ ਤੁਸੀਂ ਲੈ ਲਓ, ਉਹਦੇ 'ਚ ਜਿਹੜੀ ਪਰਚੇਜ਼ ਹੈਗੀ ਹੈ ਉਹ ਥੋਕ 'ਚ ਹੈ ਤੇ ਸੇਲ ਰਿਟੇਲ 'ਚ ਹੈ। ਜਿਹੜਾ ਸਾਡਾ ਕਿਸਾਨ ਹੈ, ਇੱਕ ਐਸਾ ਪਾਬੰਦ ਕੀਤਾ ਗਿਆ ਸਿਸਟਮ ਨੇ ਕਿ ਇਹਦੀ ਜਿਹੜੀ ਪਰਚੇਜ਼ ਹੈ ਉਹ ਪਰਚੂਨ 'ਚੋਂ ਹੈ, ਰਿਟੇਲ 'ਚੋਂ ਹੈ। ਬੀਜ ਲੈਂਦਾ ਰਿਟੇਲ 'ਚੋਂ, ਖਾਦ ਲੈਂਦਾ ਰਿਟੇਲ 'ਚੋਂ, ਸਭ ਕੁਝ ਰਿਟੇਲ 'ਚੋਂ, ਵੇਚਦਾ ਥੋਕ 'ਚ ਹੈ। ਸੋ ਜਾਂ ਤਾਂ ਉਹਦੀ ਪਰਚੇਜ਼ ਵੀ ਥੋਕ ਦੀ ਹੋਵੇ ਨਾ, ਸੋ ਦੈਟ ਬੇਸਿਕ ਮਾਡਲ ਇਜ਼ ਡਿਫੈਕਟਿਵ। ਸੋ ਵੀ ਨੀਡ ਟੂ, ਕਾਨੂੰਨ ਵਾਪਸ ਹੋਣੇ ਵੀ ਸਾਡਾ ਸੋਲੂਸ਼ਨ ਨਹੀਂ ਹੈਗਾ। ਅਸੀਂ ਗੁਰਬਤ 'ਚੋਂ ਨਹੀਂ ਨਿਕਲ ਪਾਉਣਾ, ਅਸੀਂ ਵੀ ਗੁਰਬਤ 'ਚ ਹਾਂ, ਸਾਡੀ ਸਟੇਟ ਵੀ ਗੁਰਬਤ 'ਚ ਹੈ। ਇਹ ਉਹ ਸਟੇਟ ਹੈ ਜਿਹਨੇ 50 ਸਾਲ ਦੇ ਰਾਜ ਵਿੱਚ ਨਿੱਕੀਆਂ ਨਿੱਕੀਆਂ ਇੱਟਾਂ ਦੇ ਹਰਿਮੰਦਰ ਸਾਹਿਬ ਤੇ ਸੋਨਾ ਚੜ੍ਹਿਆ ਸੀ, ਤੇ ਅੱਜ 170 ਸਾਲ ਹੋਏ ਨੇ ਅਸੀਂ ਇੰਨੀ ਗੁਰਬਤ 'ਚ ਆ ਕਿ ਸਾਨੂੰ ਕੋਲਾ ਲੈਣ ਲਈ ਵੀ ਤਰਸਾਇਆ ਜਾਂਦਾ ਹੈ। ਇਸ ਤੋਂ ਜ਼ਿਆਦਾ ਇਹ ਉਹੀ ਸਟੇਟ ਹੈ ਜਦੋਂ ਆਵਾਜ਼ ਦਿੱਤੀ ਗਈ ਸੀ ਕਿ ਭਾਰਤ ਨੂੰ ਪੈਸੇ ਦੀ ਜ਼ਰੂਰਤ ਹੈਗੀ ਹੈ, ਤਾਂ ਉਦੋਂ ਪੰਜਾਬ ਨੇ ਸਭ ਤੋਂ ਵੱਧ ਸੋਨਾ ਦਾਨ ਕੀਤਾ। ਕਿੰਨੇ ਸਾਲ ਹੋਏ ਹੈ? 60 ਸਾਲ ਵੀ ਨਹੀਂ ਹੋਏ। ਇਹ 1965 ਦੀ ਗੱਲ ਤੁਸੀਂ ਕਰਤੀ, ਸ਼ਾਸਤਰੀ ਦੇ ਟਾਈਮ ਦੀ। ਐਂਡ ਇੱਕ ਪ੍ਰੋਮਿਸਿਸ ਗਏ ਕੀਤੇ ਸੀਗੇ ਲਾਲ ਬਹਾਦਰ ਸ਼ਾਸਤਰੀ ਨੇ ਟੂ ਦ ਪੀਪਲ ਆਫ ਪੰਜਾਬ, ਜੋ ਵਿਦ ਆਲ ਮਤਲਬ ਉਹਨੇ ਛੱਕੇ ਛੁੜਾਤੇ ਇਹਨਾਂ ਨੇ ਉਸ ਪ੍ਰੋਮਿਸਿਸ ਦੇ। ਇਹ ਉਹੀ ਸਟੇਟ ਹੈ, ਇਹ ਉਹ ਸਟੇਟ ਹੈ ਜਿਹਦੇ ਤੇ ਜਿਹੜੀ CRP BSF ਆਫ ਆਰਮੀ ਨੇ 80s ਦੇ ਵਿੱਚ ਰਹੇ, ਉਹਨਾਂ ਨੇ ਇੱਥੇ ਜਿੰਨਾ ਉਹਨਾਂ ਦਾ ਖਰਚ ਹੋਇਆ, ਗਵਰਨਮੈਂਟ ਆਫ ਇੰਡੀਆ ਨੇ ਗਵਰਨਮੈਂਟ ਆਫ ਪੰਜਾਬ ਨੂੰ ਬਿੱਲ ਕੀਤਾ, ਔਰ ਉਸ ਬਿੱਲ ਇੰਨਾ ਭਾਰੀ ਸੀ ਕਿ ਸਾਡੇ ਤੇ ਉੱਥੋਂ ਕਰਜ਼ਾ ਸ਼ੁਰੂ ਹੋਇਆ ਪੰਜਾਬ ਦਾ 80s ਦੇ ਵਿੱਚ। ਜਦੋਂ ਇਹਨੂੰ ਇੱਕ ਅੰਗਰੇਜ਼ੀ ਦਾ ਅੱਖਰ ਹੈ ਵਾਰ ਇੰਡੈਮਨਿਟੀ। ਸੋ ਇਹ ਜਦੋਂ ਕੋਈ ਮੁਲਕ ਹਾਰ ਜਾਂਦਾ ਹੈ ਤਾਂ ਜੇਤੂ ਮੁਲਕ ਉਹਦੇ ਤੇ ਕਾਸਟ ਆਫ ਵਾਰ ਪਾਉਂਦਾ ਹੈਗਾ। ਸੋ ਸਿਮਿਲਰਲੀ ਜਿਵੇਂ ਉਦੋਂ ਤੋਂ ਕਰ ਵਸੂਲਿਆ ਜਾਂਦਾ ਸੀ, ਉਦੋਂ ਹਰਜਾਨਾ ਲਿਆ ਜਾਂਦਾ ਸੀਗਾ, ਉਵੇਂ ਕਾਸਟ ਪਾਤੀ ਇਹਨਾਂ ਨੇ ਸਟੇਟ ਆਫ ਪੰਜਾਬ ਨੂੰ, ਔਰ ਉਦੋਂ ਬਾਅਦ ਉਹ ਫਿਰ ਡੈਟ ਸਾਈਕਲ ਤੋਂ ਅਸੀਂ ਨਿਕਲ ਹੀ ਨਹੀਂ ਪਾਏ। ਸੋ ਇਹ ਗ੍ਰਾਂਟ ਮੰਗਣ ਗਏ ਨੇ ਮਾਨ ਸਾਹਿਬ, ਇਹਨਾਂ ਨੂੰ ਚਾਹੀਦਾ ਹੈਗਾ ਆ ਵੀ ਜਿਹੜੀ ਪੁਰਾਣੀ ਡੈਟ ਹੈ 80s ਔਰ 90s ਦੀ, ਉਹ ਜਿੰਨੀ ਪਈ ਹੈ ਉਹ ਗਵਰਨਮੈਂਟ ਆਫ ਇੰਡੀਆ ਰਾਈਟ ਆਫ ਕਰੇ, ਉਹਦੇ ਤੇ ਜਿੰਨਾ ਵਿਆਜ ਲਿਆ ਉਹ ਸਾਰਾ ਰਾਈਟ ਆਫ ਕਰੇ। ਉਹ ਕਈ ਇਹੀ ਹੋ ਜੇ ਤਾਂ ਬਹੁਤ, ਮੈਂ ਕਹਿੰਦਾ ਗੁਰਬਤ 'ਚੋਂ ਅਸੀਂ ਨਿਕਲ ਆਵਾਂਗੇ। ਜਥੇਦਾਰ ਸਾਹਿਬ ਦਾ ਬਿਆਨ ਆਇਆ ਹੈਗਾ ਆ, ਚੈਨਲ ਜਿਹੜਾ ਆ SGPC ਆਪਣਾ ਨਿੱਜੀ ਚੈਨਲ ਗੁਰਬਾਣੀ ਦੇ ਪ੍ਰਸਾਰਣ ਦੇ ਲਈ ਬਣਾਵੇ, ਜਿਹੜੇ ਸ਼ਸਤਰਧਾਰੀ ਸਿੱਖ ਜਿਹੜੇ ਨੇ ਉਹ ਵੀ ਸ਼ਸਤਰਧਾਰੀ ਹੋਣ। ਇਹ ਤੋਂ ਇਲਾਵਾ ਉਹਨਾਂ ਨੇ ਹੈਗਾ ਕਰਤਾਰਪੁਰ ਦੇ ਲਾਂਘੇ ਦੇ ਲਈ ਕਿਹਾ ਹੈਗਾ ਹੈ ਕਿ SGPC ਨੇ ਕਿ ਪਾਸਪੋਰਟ ਦੀ ਜਿਹੜੀ ਆ ਸ਼ਰਤ ਆ ਉਸ ਨੂੰ ਮਨਫੀ ਕੀਤਾ ਜਾਵੇ। ਗੁਰੂ ਪਾਤਸ਼ਾਹ ਜੀ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੇ ਉੱਪਰ ਗੁਰਮੁਖੀ ਦਿਨ ਨੂੰ ਜਿਹੜਾ ਉਹ ਮਨਾਇਆ ਜਾਣਾ। ਸੋ ਇੱਦਾਂ ਦੀਆਂ ਅਨਾਊਂਸਮੈਂਟ ਹੋਈਆਂ ਨੇ। ਸੋ ਇਹਨਾਂ ਅਨਾਊਂਸਮੈਂਟ ਨੂੰ ਕਿੱਦਾਂ ਤੁਸੀਂ ਲੈਂਦੇ ਹੋ? ਸਭ ਤੋਂ ਪਹਿਲੀ ਤਾਂ ਜਿਹੜੀ ਨਿੱਜੀ ਚੈਨਲ ਵਾਲੀ, ਦੇਖੋ ਗੁਰਮਤ ਦਾ ਪ੍ਰਚਾਰ ਹੋਣਾ ਚਾਹੀਦਾ, ਐਂਡ ਇਹ ਜਿਹੜਾ ਸ਼੍ਰੋਮਣੀ ਕਮੇਟੀ ਦਾ ਨਿੱਜੀ ਚੈਨਲ ਹੈ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ। ਇਹ ਇਹਨਾਂ ਨੇ ਜਿਹੜਾ ਬਾਦਲ ਪਰਿਵਾਰ ਨੂੰ, ਇਹ PTC ਨੂੰ ਰਾਈਟਸ ਦਿੱਤੇ ਰੱਖੇ, ਔਰ ਉਹਨਾਂ ਨੇ ਦੇ ਚੋਂ 2023 ਤੱਕ ਹੈਗੇ ਨੇ। ਕੋਈ ਗੱਲ ਨਹੀਂ। ਇਹ ਤਾਂ ਦੇਖੋ ਬਿਸਮਾਰਕ ਚਾਂਸਲਰ ਸੀ ਜਰਮਨੀ ਦੇ, ਜਿਨ੍ਹਾਂ ਨੇ ਜਰਮਨੀ ਕ੍ਰੀਏਟ ਕੀਤਾ। ਜਿਹੜੀਆਂ ਕੌਮਾਂ ਨੇ ਕਰਨਾ ਹੁੰਦਾ, ਉਹਨਾਂ ਕਿਹਾ ਸੀ ਟ੍ਰੀਟੀਜ਼ ਆਰ ਪੀਸਿਸ ਆਫ ਪੇਪਰ ਟੂ ਬੀ ਟੋਰਨ ਵੈਨ ਨਾਟ ਕਨਵੀਨੀਐਂਟ। ਸੋ ਉਹ ਰਾਈਟਸ ਤਾਂ ਰਾਈਟ ਆਫ ਹੀ ਕੀਤੇ ਜਾ ਸਕਦੇ, ਕੰਪਨਸੇਸ਼ਨ ਦੇ ਕੇ। ਜਿੱਥੋਂ ਦੇਖੋ ਗੁਰਮਤ ਪ੍ਰਚਾਰ ਹੋਣਾ ਚਾਹੀਦਾ। ਐਂਡ ਇਹ ਸਾਰੀ ਜਿੰਨਾ ਮੀਡੀਆ ਵਰਲਡ ਓਵਰ, ਇੰਡੀਅਨ, ਫੋਰਨ, ਸਿੱਖ, ਨਾਨ ਸਿੱਖ, ਕ੍ਰਿਸਚੀਅਨ, ਇਸਲਾਮਿਕ, ਸਭ ਨੂੰ ਫ੍ਰੀ ਇਹਦੇ ਲਿੰਕ ਜਾਣੇ ਚਾਹੀਦੇ ਨੇ। ਉਹਦਾ ਗੁਰਮਤ ਦਾ ਪ੍ਰਚਾਰ ਹੋਣਾ ਚਾਹੀਦਾ ਹੈ। ਬੜਾ ਵੈਲਕਮ ਸਟੈਪ ਹੈ। ਜਿਹੜਾ ਪਾਸਪੋਰਟ ਦੀ, ਦੇਖੋ ਸਾਡਾ 70 ਸਾਲ ਤੋਂ 75 ਸਾਲ ਤੋਂ ਅਸੀਂ ਅਰਦਾਸ ਕਰਦੇ ਹਾਂ ਕਿ ਜਿਹੜੇ ਗੁਰਦੁਆਰਿਆਂ ਅਤੇ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਉਹਨਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਦੀ ਅਰਦਾਸ ਕਿੰਨੀ ਹੁੰਦੀ ਹੈ। ਬਟ ਅਸੀਂ, ਸਾਡਾ ਐਡਾ ਵੱਡਾ ਫੇਲੀਅਰ ਹੈ, ਸਾਰੀ ਦੁਨੀਆ 'ਚ ਅਸੀਂ ਅਰਦਾਸ ਕਰਦੇ ਹਾਂ, ਬਟ ਇਹ ਜਿਹੜਾ ਸਾਡੀ ਕੌਮ ਦਾ ਦਰਦ ਹੈ, ਇਹਨੂੰ ਖਤਮ ਕਰਨ ਲਈ ਅਸੀਂ ਵਰਲਡ ਮੂਵਮੈਂਟ ਨਹੀਂ ਬਣਾ ਸਕੇ। ਔਰ ਇਹ ਜਿਹੜੀ ਮੈਂ ਜਿਹੜੀ ਤੁਹਾਨੂੰ ਅੱਜ ਇਹ ਗੱਲ ਕਹੀ ਹੈ, ਇਹ ਮੈਨੂੰ ਇੱਕ ਬੜੇ
ਸੀਨੀਅਰ ਜਿਊ ਨੇ ਕਹੀ ਸੀ ਵੀ ਤੁਸੀਂ ਯੂ ਪੀਪਲ ਹੈਵ ਅਟਰਲੀ ਫੇਲਡ, ਤੁਸੀਂ ਸਿਰਫ ਅਰਦਾਸਾਂ ਕਰਦੇ ਹੋ, ਉਹਦੇ 'ਤੇ ਕਾਰਵਾਈ ਨਹੀਂ ਪਾਉਂਦੇ। ਸੋ ਤਾਂ ਹਾਲੇ ਆਪਾਂ ਸਿਰਫ ਗੱਲ ਤੁਸੀਂ ਕਰਤਾਰਪੁਰ ਸਾਹਿਬ ਦੀ ਕੀਤੀ ਹੈ, ਨਨਕਾਣਾ ਸਾਹਿਬ, ਪੰਜਾ ਸਾਹਿਬ, ਗੁਰੂ ਘਰ, ਨਾਲੇ ਜਿਹੜੀ ਸਿੱਖੀ ਹੈ ਨਾ ਜੀ, ਉਹ ਮੇਰੀ ਔਰ ਪੀਰੀ ਦੀ ਹੈ। ਜੇ ਕੋਈ ਚੈਨਲ ਸ਼ੁਰੂ ਹੋਣਾ ਹੈ ਨਾ, ਉਹ ਪੀਰੀ ਦੀ ਗੱਲ ਵੀ ਕਰੇ ਤੇ ਮੇਰੀ ਦੀ ਗੱਲ ਵੀ ਕਰੇ। ਅੱਜ ਤੁਸੀਂ ਪਿੰਡਾਂ 'ਚ ਚਲੇ ਜਾਓ, ਗੁਰਦੁਆਰਿਆਂ ਵਿੱਚੋਂ ਜਿਹੜੀ ਤੁਹਾਡੀ ਰਾਇਲਟੀ ਦੀਆਂ ਦੋ ਨਿਸ਼ਾਨੀਆਂ ਸੀਗੀਆਂ ਸੋਵਰੈਨਿਟੀ ਦੀਆਂ, ਇੱਕ ਨਿਸ਼ਾਨ ਸਾਹਿਬ ਤੇ ਇੱਕ ਨਗਾਰਾ, ਤੁਸੀਂ ਸਰਵੇ ਕਰਕੇ ਦੇਖੋ ਕਿੰਨੇ ਗੁਰਦੁਆਰਿਆਂ 'ਚ ਨਗਾਰਾ ਰਹਿ ਗਿਆ। ਜੇ ਨਗਾਰਾ ਹੈ ਵੀ ਹੈ ਤਾਂ ਨਗਾਰਾ ਵਜਾਇਆ ਨਹੀਂ, ਵਜਾਉਣਾ ਨਹੀਂ ਆਉਂਦਾ। ਹਾਂਜੀ। ਸੋ ਵਜਾਉਣ ਦੀ ਵੀ ਇੱਕ ਕਲਾ ਆ। ਹਾਂ, ਅਸੀਂ ਸਿੰਬਲਸ ਆਫ ਸੋਵਰੈਨਿਟੀ ਨੂੰ ਛੱਡ ਚੁੱਕੇ ਹਾਂ ਐਂਡ ਹੌਲੀ ਹੌਲੀ ਸਾਨੂੰ ਭੁਲਾ ਦਿੱਤਾ ਜਾਂਦਾ। ਇਹਨੂੰ ਇੱਕ ਅੰਗਰੇਜ਼ੀ ਦਾ ਅੱਖਰ ਹੈਗਾ ਕਹਿੰਦੇ ਮੈਮਰੋਸਾਈਡ। ਸੋ ਤੁਹਾਨੂੰ ਭੁਲਾ ਦਿੱਤਾ ਜਾਂਦਾ ਤੁਸੀਂ ਕੌਣ ਹੋ। ਸਾਡੇ ਨਾਲ ਉਹ ਹੋਇਆ ਪਿਛਲੇ 170 ਸਾਲਾਂ 'ਚ। ਐਸਜੀਪੀਸੀ ਦੀਆਂ ਚੋਣਾਂ ਨੂੰ ਲੈ ਕੇ ਕੀ ਦੇਖਦੇ ਹੋ ਵੀ ਹੁਣ ਇੰਨੇ ਸਮਾਂ ਲੰਘ ਗਿਆ ਤਾਂ ਅਸੀਂ 9 ਅਪ੍ਰੈਲ ਨੂੰ ਅੰਮ੍ਰਿਤਸਰ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਸੈਮੀਨਾਰ ਕਰ ਰਹੇ ਹਾਂ। ਇਸ ਤੋਂ ਵੱਡੀ ਤਰਾਸਦੀ ਨਹੀਂ ਹੋ ਸਕਦੀ ਵੀ ਜਿਹੜਾ ਹਾਊਸ 1925 'ਚ ਬਣਿਆ ਹੋਵੇ, ਇੰਡੀਅਨ ਪਾਰਲੀਮੈਂਟ ਤੋਂ 25 ਸਾਲ ਪਹਿਲਾਂ, ਉਹਦੀ 1950 ਤੋਂ ਬਾਅਦ 8 ਵਾਰ ਚੋਣਾਂ ਹੋਈਆਂ ਹੋਣ, ਅਤੇ ਜਿਹੜਾ ਹਾਊਸ 1925 ਦਾ ਹੋਵੇ ਅਤੇ ਉਹਨੂੰ ਉਹਦੀਆਂ 17 ਵਾਰ ਉਹਦੀਆਂ ਹੁਣ ਇੰਡੀਅਨ ਪਾਰਲੀਮੈਂਟ ਦੀਆਂ, ਸੌਰੀ ਆਈ ਗॉट ਡਿਸਟਰੈਕਟਡ ਵਿਦ ਮਾਈ ਫੋਨ, ਅਤੇ ਜਿਹੜਾ ਹਾਊਸ ਦੂਜਾ ਉਹਦੀ 8 ਵਾਰ ਹੋਵੇ। ਸਿੱਖਾਂ ਦੀ ਪਾਰਲੀਮੈਂਟ ਦੀ 8 ਵਾਰ ਹੋਈ ਹੋਵੇ, ਇੰਡੀਅਨ ਪਾਰਲੀਮੈਂਟ ਦੀ 17 ਵਾਰ। ਹਾਂ 1950 ਬਿਕੋਜ਼ 47 ਤੋਂ 50 ਤਾਂ ਹੈ ਹੀ ਨਹੀਂ ਸੀ। ਟੈਕਨੀਕਲੀ ਫਸਟ ਲੋਕ ਸਭਾ ਐਂਡ ਰਾਜ ਸਭਾ 1951 ਚ ਆਈ ਹੈ। ਸੋ ਤਾਂ ਹੀ ਮੈਂ 1950 ਹਾਂ ਬਿਕੋਜ਼ ਜਦੋਂ ਇਹਨਾਂ ਨੇ ਰਿਪਬਲਿਕ ਬਣਾਇਆ ਹੈਗਾ, ਅਤੇ ਇਹ ਬਿਕੋਜ਼ ਗਵਰਨਮੈਂਟ ਐਕਸਪਲੋਇਟ ਕਰਦੀ ਹੈਗੀ ਹੈ। ਦੇਰ ਇਜ਼ ਵਨ ਕਲੌਜ਼ ਇਨ ਦ ਸਿੱਖ ਗੁਰਦੁਆਰਾ ਐਕਟ, ਭਈ the term of the house shall be 5 years or till the constitution of the next house। ਉਹ constitution of the next house ਨੂੰ ਲੈ ਕੇ ਇਲੈਕਸ਼ਨ ਨਹੀਂ ਕਰਾਉਂਦੇ। ਦੂਸਰੀ ਗੱਲ, ਸਾਡਾ ਹੁਣ ਇੱਕ ਬਲੀਫ ਹੋ ਗਿਆ ਵੀ ਜਿਹੜੀ ਐਸਜੀਪੀਸੀ ਦੀਆਂ ਇਲੈਕਸ਼ਨਸ ਹੈ, ਉਹ ਅਸੀਂ ਸੂਏ ਜਨਰਸ ਕੌਮ ਹੈਗੇ ਹਾਂ। ਇਹਦਾ ਵੀ ਸ਼ੁੱਡ ਨਾਟ ਬੀ ਡਿਪੈਂਡੈਂਟ ਔਨ ਗਵਰਨਮੈਂਟ ਆਫ ਇੰਡੀਆ। ਬਹੁਤ ਦੇਖ ਲਿਆ ਗਵਰਨਮੈਂਟ ਆਫ ਇੰਡੀਆ ਨੂੰ, ਗਵਰਨਮੈਂਟ ਆਫ ਪੰਜਾਬ ਨੂੰ, ਹਰਿਆਣੇ ਨੂੰ, ਹਿਮਾਚਲ ਨੂੰ, ਚੰਡੀਗੜ੍ਹ ਨੂੰ, ਵੀ ਸਾਡੀਆਂ ਇਲੈਕਸ਼ਨਾਂ ਕਰਾਉਣ। ਸਾਡਾ ਇੰਟਰਨਲ ਸਿਸਟਮ ਹੋਣਾ ਚਾਹੀਦਾ, ਇੱਕ ਪਰਮਾਨੈਂਟ ਇਲੈਕਸ਼ਨ ਕਮਿਸ਼ਨ ਹੋਣਾ ਚਾਹੀਦਾ, ਜਿਸ ਤਰ੍ਹਾਂ ਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਹੂ ਸ਼ੁੱਡ ਬੀ ਰਿਸਪਾਂਸਿਬਲ ਐਂਡ ਸ਼ੁੱਡ ਬੀ ਰਿਸਪਾਂਸਿਬਲ ਟੂ ਦ ਕਮਿਊਨਿਟੀ। ਇੱਥੇ ਤਾਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਤਾਂ ਸਿਰ ਜੋੜ ਕੇ ਬੈਠਦੇ ਸੀ ਕਿ ਨੁਮਾਇੰਦਾ ਚੁਣਿਆ ਜਾਂਦਾ ਸੀਗਾ, ਸਰਬੱਤ ਖਾਲਸਾ ਸੱਦਿਆ ਜਾਂਦਾ ਸੀਗਾ। ਇਸ ਤਰੀਕੇ ਦੇ ਨਾਲ ਬੈਠ ਕੇ ਜਿਹੜੀਆਂ ਸੀਗੀਆਂ ਇਹ ਮਤੇ ਪਾਏ ਜਾਂਦੇ ਸੀਗੇ ਤਾਂ ਉਹਨਾਂ ਵਿੱਚੋਂ ਫਿਰ ਮਤਿਆਂ ਦੇ ਵਿੱਚੋਂ ਪਾਸ ਕੀਤਾ ਜਾਂਦਾ ਸੀਗਾ ਸਭ ਕੁਝ। ਤਾਂ ਅੱਜ ਵੋਟ ਸਿਸਟਮ ਦੇ ਉੱਪਰ ਹੀ ਡਿਪੈਂਡ ਹੋ ਗਏ। ਦੇਖੋ, ਜਿਹੜਾ ਮਤੇ ਵਾਲਾ ਕਨਸੈਪਟ ਹੈ ਉਹ ਵੀ ਰਿਪਬਲਿਕਨ ਕਨਸੈਪਟ ਹੈ, ਠੀਕ ਹੈ। ਉਹ ਜਿਹੜਾ ਅਸੀਂ ਜਿਹੜਾ ਸਾਡਾ ਕਨਸੈਪਟ ਆਫ ਰਿਪਬਲਿਕ ਹੈਗਾ, ਸਿੱਖ ਜਿਹੜੀ ਖਾਲਸਾ ਕੌਮ ਹੈ। ਇੱਕ ਮਿੰਟ ਗੁਰਪ੍ਰੀਤ, ਐਕਸਕਿਊਜ਼ ਮੀ ਵਨ, ਆਣਾ ਯਾਰ, ਉਹ ਬੂਟਾ ਸਿੰਘ ਹੋਰਾਂ ਫੋਨ ਉਹਨਾਂ ਨੂੰ ਕਹਿ ਦਿਓ ਮੈਂ ਇੰਟਰਵਿਊ ਦੇ ਰਿਹਾ। ਸੋ ਉਹ ਰਿਪਬਲਿਕ ਹੈ, ਪਹਿਲੇ ਰਿਪਬਲਿਕ ਅਸੀਂ ਹਾਂ। ਅਤੇ ਉਹ ਹੁਣ ਜਦੋਂ ਵੋਟ ਉਹਦੇ 'ਚ ਪਿੱਛੋਂ ਵਾਗਡੋਰ ਕੋਈ ਨਹੀਂ ਸੀ ਹੁੰਦਾ, ਬੈਠਣਾ ਹੁਣ ਹੋਈ ਨਾ। ਹੁਣ ਪ੍ਰੋਬਲਮ ਇਹ ਹੋ ਗਈ ਵੀ ਜਦੋਂ ਰਾਜ ਗਿਆ 1849 'ਚ, ਤੁਸੀਂ ਸੁਣਿਆ ਹੋਣਾ ਇੱਕ ਗੀਤ ਹੈ, ਕਿਹਾ ਜਾਂਦਾ ਹੈ ਕਿ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ। ਪਹਾੜਾ ਸਿੰਘ ਮਹਾਰਾਜਾ ਫਰੀਦਕੋਟ ਸੀ। ਸੋ ਇਹਨਾਂ ਨੂੰ ਜਿਹੜਾ ਪਹਾੜਾ ਸਿੰਘ ਉਦੋਂ ਇੱਕ ਸੀ। ਹੁਣ ਸਾਡੀ ਪ੍ਰੋਬਲਮ, ਸਾਡੇ ਪਹਾੜਾ ਸਿੰਘ ਬਹੁਤ, ਜਿਹੜੀ ਸਾਡੇ ਨਾਲ ਗਦਾਰ ਹੀ, ਪਰ ਪਿਛਲੇ ਕੁਝ ਸਮੇਂ 'ਚ ਗਦਾਰ ਹੁਣ ਐਕਸਪੋਜ਼ ਹੋ ਗਏ। ਗੁਰੂ ਸਾਹਿਬ ਦੀ ਕਲਾ ਵਰਤਦੀ ਹੈ, ਕੁਛ ਨਾ ਕੁਛ ਕੌਮ ਦਾ ਹੋਏਗਾ। ਦੇਖੋ, ਇਹ ਕੌਮ ਗੁਰੂ ਗੋਬਿੰਦ ਸਿੰਘ ਮਹਾਰਾਜ, ਸਰਬੰਸਦਾਨੀ ਉਹਨਾਂ ਨੇ ਚਲਾਈ ਹੈ। ਇਹਨਾਂ ਗੱਲਾਂ 'ਚੋਂ, ਬਹੁਤਾਂ ਗੱਲਾਂ 'ਚੋਂ ਨਿਕਲੇ ਆ। ਸਿਮਰਨਜੀਤ ਸਿੰਘ ਮਾਨ ਹੋਣਾ ਦਾ ਅੱਜ ਇੱਕ ਬਿਆਨ ਵੀ ਆਇਆ ਕਣਕ ਨੂੰ ਲੈ ਕੇ, ਉਹ ਕੀ ਸੀ? ਉਹ ਬੇਸਿਕਲੀ ਇੱਕ ਆਹੀ ਜਿਹੜੀ ਗੱਲ ਮੈਂ ਤੁਹਾਡੇ ਨਾਲ ਪਹਿਲਾਂ ਕਰਕੇ ਹਟਿਆ ਵੀ ਤੁਸੀਂ 1900 ਰੁਪਏ ਵੀਟ ਵੇਚਦੇ ਹੋ, ਵੀ ਸ਼ੁੱਡ ਇਹਨੂੰ ਰਿਟੇਨ ਕਰੋ। ਜੋ ਵਰਲਡ ਹਾਲਾਤ ਬਣ ਰਹੇ ਨੇ, ਇਹ ਕਣਕ ਮਹਿੰਗੀ ਹੋਣ ਵਾਲੀ ਹੈ। ਸੋ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਵੀ ਐਕਸਪੋਰਟ ਜਿਹੜੀ ਹੈਗੀ ਹੈ, ਸੋ ਵੀ ਸ਼ੁੱਡ ਡੂ ਦ ਐਕਸਪੋਰਟ ਵੱਲ ਨੂੰ ਤੁਰੀਏ ਔਰ ਗਵਰਨਮੈਂਟ ਆਫ ਇੰਡੀਆ ਨੂੰ ਮਜਬੂਰ ਕਰੀਏ। ਦੇਖੋ ਨਾ, ਜੇ ਤੁਸੀਂ ਨਹੀਂ ਲੈਣੀ, ਗਵਰਨਮੈਂਟ ਆਫ ਇੰਡੀਆ ਨੂੰ ਨਹੀਂ ਚਾਹੀਦੀ,
ਤੇ ਫਿਰ ਸਾਨੂੰ ਬਾਹਰ ਵੇਚਣ ਦਾ ਹੱਕ ਹੈ ਹਰ ਇੰਡਸਟਰੀਲਿਸਟ ਨੂੰ ਜੋ ਉਹਦਾ ਪ੍ਰੋਡਿਊਸ ਹੈਗੀ ਹੈ ਜੋ ਫੈਕਟਰੀ 'ਚ ਬਣਾਉਂਦਾ ਹੈ ਉਹਨੂੰ ਐਕਸਪੋਰਟ ਕਰਨ ਦੀ ਪਰਮਿਸ਼ਨ ਹੈ ਹੀ ਇਜ਼ ਫ੍ਰੀ ਟੂ ਐਕਸਪੋਰਟ। ਸਾਡਾ ਜਿਹੜਾ ਮਾਡਲ ਇੰਨਾ ਡਿਫੈਕਟਿਵ ਹੈ ਕਿ ਜਿਹੜਾ ਸਾਡੀ ਪ੍ਰੋਡਿਊਸ ਹੈ ਐਗਰੀਕਲਚਰ ਪ੍ਰੋਡਿਊਸ ਹੈ ਉਹਨੂੰ ਹੱਕ ਹੀ ਨਹੀਂ ਅਸੀਂ ਕਿੱਥੇ ਵੇਚ ਸਕੀਏ ਬਾਹਰ ਆਊਟ ਆਫ ਇੰਡੀਆ। ਇਹ ਜਿਹੜੇ ਇਹਨਾਂ ਨੇ ਕਾਨੂੰਨ ਵੀ ਬਣਾਏ ਸੀ ਉਹ ਕਹਿੰਦੇ ਵਿਦ ਇਨ ਇੰਡੀਆ ਵੇਚ ਲਓ। 2000 ਦੀ ਚੀਜ਼ 6000 ਦੀ ਤਾਂ ਬਾਹਰ ਵਿਕਦੀ ਹੈ ਨਾ, ਇੱਥੇ ਤਾਂ ਵਿਕਦੀ ਨਹੀਂ। ਇੱਥੇ ਦੀ ਤਾਂ 2000 ਦੇਣ ਨੂੰ ਤਿਆਰ ਨਹੀਂ ਹੈਗੇ। ਵਾਈ ਸ਼ੁਡ ਨਾਟ ਬੀ ਅਲਾਊਡ ਟੂ ਸੈਲ ਆਊਟਸਾਈਡ। ਬਹੁਤ ਬਹੁਤ ਧੰਨਵਾਦ। ਸੋ ਮੈਂਬਰ ਪਾਰਲੀਮੈਂਟ ਜਿਹੜਾ ਹੈਗਾ ਅਨਾਉਂਸ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਕੁਸ਼ਲਦੀਪ ਸਿੰਘ ਹੋਣਾ ਨੂੰ, ਔਰ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਹ ਜਿਹੜਾ ਹੈਗਾ ਆ ਜ਼ੋਰ ਅਜ਼ਮਾਇਸ਼ ਕਰਨਗੇ। ਉਦੋਂ ਬਾਅਦ ਪੰਜਾਬ ਦੇ ਜਿਹੜੇ ਹੈਗੇ ਮੁੱਦੇ ਆ ਜੋ ਜਿੱਤਦੇ ਨੇ ਤਾਂ ਉੱਥੋਂ ਲੈ ਕੇ ਜਾਣਗੇ। ਸੋ ਆਸ ਉਮੀਦ ਹਰ ਇੱਕ ਨੂੰ ਹੁੰਦੀ ਹੈ ਜਿਹੜਾ ਵੀ ਇਸ ਰੇਸ ਦੇ ਵਿੱਚ ਭਾਗ ਲੈਂਦਾ ਹੈ, ਤਾਂ ਫਿਰ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕਿ ਪੰਜਾਬ ਦੇ ਮੁੱਦਿਆਂ ਨੂੰ ਕਿਸ ਪ੍ਰਕਾਰ ਜਿਹੜਾ ਹੈਗਾ ਆ ਜਿਹੜੇ ਵੀ ਮੈਂਬਰ ਪਾਰਲੀਮੈਂਟ ਬਣਦੇ ਨੇ ਤੇ ਉਹ ਕਿਵੇਂ ਅੱਗੇ ਲਿਜਾ ਕੇ ਚੁੱਕਦੇ ਨੇ।